ਵਾਹਿਗੁਰੂ जी का खालसा वाहिगुरू जी की फतेह। पंजाब न्यूज़ वेख रहे सारे ही दर्शकों का मैं हरविंद कौर स्वागत करती हाँ। खबरों की शुरुआत कर लैंदे हां हैडलाइनस दे नाल। लोकल गुरुद्वारा कमेटियां भी 20 दिसंबर के दिल्ली प्रदर्शन दे विच करनगियां भरवीं शमूलियत। बंदी ਸਿੰਘਾਂ ਦੀ रिहाई लई कीती जावेगी आवाज़ बुलंद। पटियाला के इतिहासिक काली देवी मंदिर दे विच बेअदबी करन दी होई कथित कोशिश। सेवादारां अते पुलिस ने मौके ते ही कीता मुलजम नूं काबू। सिखी स्वरूप धारण करके लुटेरे दे वल्लों चोरी करन दी कीती जा रही सी कोशिश। मौके उत्ते ही डिलीवरी वाले ने मुलजम नूं कीता काबू। मुख्यमंत्री तीर्थ यात्रा योजना ते हाईकोर्ट ने की सख्त टिप्पणी। कहा इस स्कीम दे विच किवें लाया जा रहा है लोकां दा पैसा। पंजाब सरकार ने कीता सवाल। सेहत दा हवाला दे के जेल चों बाहर आया कांग्रेसी मुलजम लक्की संधू। विआह दे विच नचदा आया नजर। लुधियाना पुलिस दी कार्रवाई ते खड़े हो रहे हन कई वड्डे सवाल। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਦਹਾਕਿਆਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਯਤਨ ਤੇਜ਼ ਹਨ। ਇਸ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ 20 ਦਸੰਬਰ ਨੂੰ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਦਿੱਲੀ ਤੋਂ ਰਾਸ਼ਟਰਪਤੀ ਭਵਨ ਤੱਕ ਆਯੋਜਿਤ ਕੀਤੇ ਜਾਣ ਵਾਲੇ ਪੰਥਕ ਪ੍ਰਦਰਸ਼ਨ ਵਿੱਚ ਪੰਜਾਬ ਦੀਆਂ ਲੋਕਲ ਗੁਰਦੁਆਰਾ ਕਮੇਟੀਆਂ ਦੇ ਆਗੂ ਵੀ ਵੱਡੀ ਗਿਣਤੀ ਦੇ ਵਿੱਚ ਸ਼ਾਮਿਲ ਹੋਣਗੇ, ਜਿਸ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਹੋਈ ਇਕੱਤਰਤਾ ਦੌਰਾਨ ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨਾਂ ਤੇ ਹੋਰ ਆਗੂਆਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ। ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਗਤ ਕੋਲੋਂ ਭਰਵਾਏ ਗਏ 26 ਲੱਖ ਪਰਫਾਰਮੇ ਵੀ ਇਸ ਪ੍ਰਦਰਸ਼ਨ ਦੌਰਾਨ ਨਾਲ ਲਿਜਾਏ ਜਾਣਗੇ। ਲੋਕਲ ਗੁਰਦੁਆਰਾ ਕਮੇਟੀਆਂ ਦੇ ਆਗੂਆਂ ਨਾਲ ਹੋਈ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਸਾਂਝਾ ਕੌਮੀ ਕਾਰਜ ਹੈ, ਜਿਸ ਲਈ ਹਰ ਇੱਕ ਵਰਗ ਦੀ ਸ਼ਮੂਲੀਅਤ ਜ਼ਰੂਰੀ ਹੈ। उन्होंने कहा कि 20 दिसंबर ਨੂੰ ਦਿੱਲੀ ਵਿਖੇ ਕੀਤੇ ਜਾਣ ਵਾਲਾ ਪੰਥਕ ਪ੍ਰਦਰਸ਼ਨ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮ ਦੀ ਇੱਕ ਸਾਂਝੀ ਆਵਾਜ਼ ਦਾ ਪ੍ਰਗਟਾਵਾ ਕਰੇਗਾ। ਇਸ ਵਿੱਚ ਪੰਥ ਦੀਆਂ ਸਮੂਹ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਸ਼ਾਮਿਲ ਹੋਣਗੀਆਂ। ਇਸ ਮੌਕੇ ਵੱਖ-ਵੱਖ ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨਾਂ ਅਤੇ ਆਗੂਆਂ ਨੇ ਕਿਹਾ ਕਿ ਬੰਦੀ ਸਿੰਘਾਂ ਵਾਸਤੇ ਪਹਿਲ ਦੇ ਆਧਾਰ ਤੇ ਕਾਰਜ ਕੀਤੇ ਜਾਣਗੇ ਅਤੇ ਜਿਹੜੀ ਵੀ ਪੰਥਕ ਸੇਵਾ जुम्मे लगेगी उसनूं तनदेही नाल निभाया जाएगा। उन्होंने कहा कि 20 दिसंबर का दिल्ली प्रदर्शन इतिहासक बनाने लई कोई कसर नहीं छड्डी जाएगी। पंथ दोखियां दे वल्लों सिक्खी नूं बदनाम करन दीआं कोशिशां लगातार जारी ने। खबर जलंधर तो है, जिथे एक व्यक्ति दे वल्लों औरत दा पर्स खोण दी कोशिश की गई है। पर इत्थे तुहानूं इह भी दस दईए कि जो व्यक्ति चोरी करन दे लई आया सी उसने सिੱਖੀ ਸਰੂਪ धारण कीता सी। इस लुटेरे ने ना सिर्फ गात्रा धारण किया होया सी, सगों पहचान लुकाउण लई सिर ते पीला परना भी बन्निया होया सी, जबकि बाद विच पता लगा कि इस दे केस भी नहीं हन अते इह मोना है। इस तो बाद सिख जथेबंदियां दे वल्लों मौके उत्ते पहुंच के उसनूं पुलिस दे हवाले किया गया। कितना पता कितना लगा कि ये चोरी कर मोटरसाइकिल दे बंदे आवाज मारते फिर ते चोर चोर फेक मैं नहीं चलते मोटरसाइकिल उन्हें खोया ना कोलो। हां जी चलते खोया वो फोन खोया डिलीवरी करने जा रहे हैं अपनी मैं तो अपनी डिलीवरी करदा पे सारे ने फड़ के चंगी तरह करके लियांदा ਆਪਾਂ ਜਾ ਰਹੇ ਸੀ मगर ਪੁੱਛਿਆ ਖਿੱਚ ਕੇ ਇੱਥੇ ਲੈ ਆਇਆ ਨੂੰ दोबारा फिर मोटरसाइकिल लेना है फिर दोबारा फिर मोटरसाइकिल के वो वाला प्लेटिना मोटरसाइकिल कल्ला ही सीगा भाजी कल्ला ही सीगा पहला भज गए फिर दोबारा फिर फड़या। मैं मॉडल टाउन हॉस्पिटल ਤੋਂ ਰਾਣਾ ਹਸਪੀਟਲ ਮੇਰੇ ਹਸਬੈਂਡ ਸੀਗੇ, ਉਹਨਾਂ ਦੇ ਕੋਲ ਆ ਰਹੀ ਸੀਗੀ ਤੇ ਪਿੱਛੋਂ ਬਾਈਕ ਤੋਂ ਇਹ ਆਇਆ ਤੇ ਇਹਨੇ ਮੇਰਾ ਪਟਨਾ ਪੀਲਾ ਬੰਨਿਆ ਹੋਇਆ ਸੀਗਾ, ਪੂਰਾ ਸਿੱਖੀ ਦੇ ਰੂਪ ਚ ਸੀਗਾ ਇਹ। अच्छा जी। ਤੇ ਇਹਨੇ ਇੱਕਦਮ ਪਿੱਛੋਂ ਮੇਰਾ ਪਰਸ ਹੋਇਆ, ਮੈਂ ਚਿल्लाई ਔਰ ਪਿੱਛੋਂ ਇੱਕ ਬਾਈਕ ਤੇ ਭਾਈ ਸਾਹਿਬ ਸੀਗੇ, ਅੱਗੇ ਜ਼ੋਮੈਟੋ ਵਾਲੇ ਭਾਈ ਸਾਹਿਬ ਸੀ, ਇਹਨਾਂ ਨੇ ਬਾਈਕ ਇਹਨਾਂ ਦਾ ਪਿੱਛਾ ਕੀਤਾ, ਇਹਨਾਂ ਨੇ ਫੜਿਆ, ਇੱਥੇ ਅੱਗੇ ਫੋਰਚੂਨ ਗੱਡੀ ਆ ਗਈ ਨਾ, ਇਹਨਾਂ ਨੇ ਪਿੱਛੋਂ ਫਿਰ ਫੜ ਲਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਦਮਨਦੀਪ ਸਿੰਘ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਸਕਾਰ ਕਮੇਟੀ ਪੰਜਾਬ ਦਾ ਜਲੰਧਰ ਦਾ ਮੁੱਖ ਸੇਵਾਦਾਰ ਆ ਜੀ। ਮੈਨੂੰ ਇੱਥੋਂ ਕਾਲ ਆਈ ਸੀ ਹੁਣੇ ਕਿ ਇੱਕ ਬੰਦਾ ਫੜਿਆ ਜੀ ਜਿਹੜਾ
ਲੁੱਟਾਂ ਖੋਹਾਂ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ। ਉਹ ਇੱਕ ਇਲਾਕਾ ਆਪਾਂ ਇਸ ਕਰਕੇ ਆਏ ਆ ਵੀ ਇਹ ਗੁਰੂ ਦੇ ਬਾਣੇ ਨੂੰ ਬਦਨਾਮ ਕਰ ਰਿਹਾ ਜੀ। ਇਹੋ ਜਿਹੇ ਸ਼ਰਾਰਤੀ ਅੰਦਰੋਂ ਸਾਨੂੰ ਪਤਾ ਨਹੀਂ ਵੀ ਇਹਨੂੰ ਕਿੰਨੇ ਭੇਜਿਆ, ਕਿੰਨੇ ਤਿਆਰ ਕੀਤਾ ਵੀ ਮੈਂ ਬਾਣਾ ਪਾ ਕੇ ਬਾਣੇ ਦੀ ਬਦਨਾਮੀ ਕਰ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ। ਉਹ ਬਹੁਤ ਜ਼ਿਆਦਾ ਨਿੰਦਣਯੋਗ ਘਟਨਾ। ਹੁਣ ਅਸੀਂ ਦੇਖਦੇ ਹਾਂ ਕਿ ਇਹਦਾ ਕੀ ਕਰਨਾ। ਇਹ ਪਰਸ ਸਨੈਚ ਕੀਤਾ ਇੱਕ ਲੇਡੀ ਦਾ ਔਰ ਆੜਾ ਕੋਲ ਲੱਗੇ। ਅੱਛਾ ਜੀ, ਕੰਪਲੇਂਟਡ ਕੌਣ ਨੇ, ਕੀ ਨਾਮ ਹੈ ਜੀ ਉਹਨਾਂ ਦਾ? ਮੈਡਮ ਆਪਾਂ ਨੂੰ ਨਾਮ ਨਹੀਂ ਪਤਾ ਮੈਨੂੰ। ਅੱਛਾ ਜੀ, ਤੇ ਪਰਸ ਵਗੈਰਾ ਮਿਲ ਗਿਆ ਸਰ ਇਹਦੇ ਕੋਲੋਂ? ਪਰਸ ਨੂੰ ਮਿਲ ਗਿਆ। ਠੀਕ ਹੈ। ਉਹ ਥਾਣੇ ਆ ਰਹੇ ਨੇ। ਨਹੀਂ ਕੈਸ਼ ਵਗੈਰਾ ਕੱਢ ਲਿਆ ਗਿਆ ਸੀ ਜੋ? ਨਹੀਂ ਇਹਦੇ ਵਿੱਚ ਸਾਰਾ ਕੁਝ ਮਿਲ ਗਿਆ। ਤੇ ਮੌਕੇ ਤੇ ਫੜਿਆ ਗਿਆ ਬੰਦਾ? ਨਿਹੰਗ ਸਿੰਘਾਂ ਦੇ ਬਾਣੇ 'ਚ ਘੁੰਮ ਰਿਹਾ। ਅਗਲੀ ਖਬਰ ਪਟਿਆਲਾ ਤੋਂ ਹੈ, ਜਿੱਥੇ ਕਾਲੀ ਦੇਵੀ ਦੇ ਮੰਦਿਰ ਵਿਖੇ ਬੇਅਦਬੀ ਦੀ ਕਥਿਤ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਸ਼ਹਿਰ ਦੇ ਹੀ ਰਹਿਣ ਵਾਲੇ ਮਨਜੀਤ ਸਿੰਘ ਨਾਮਕ ਵਿਅਕਤੀ ਨੇ ਦੇਵੀ ਦੀ ਪਵਿੱਤਰ ਮੂਰਤੀ ਦੇ ਸੰਗਾਸਨ ਦੇ ਨੇੜੇ ਜਾਣ ਦੀ ਕੋਸ਼ਿਸ਼ ਕੀਤੀ, ਪਰੰਤੂ ਉਸ ਨੂੰ ਪੰਡਿਤ, ਸੇਵਾਦਾਰਾਂ ਅਤੇ ਪੁਲਿਸ ਵੱਲੋਂ ਮੌਕੇ ਤੇ ਹੀ ਫੜ ਲਿਆ ਗਿਆ, ਜਿਸ ਨੂੰ ਪੁਲਿਸ ਨੇ ਤੁਰੰਤ ਗ੍ਰਿਫਤਾਰ ਕਰ ਲਿਆ। ਇਸ ਮਾਮਲੇ ਵਿੱਚ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਾਂ ਨਹੀਂ, ਇਹ ਤਾਂ ਨਿਰਪੱਖ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਅੱਜ ਇੱਕ ਬੜੀ ਮੰਦਭਾਗੀ ਤੇ ਜਿਹੜੀ ਦਿਲ ਨੂੰ ਦੁਖੀ ਕਰਨ ਵਾਲੀ ਘਟਨਾ ਆ, ਉਹ ਕਾਲੀ ਮਾਤਾ ਮੰਦਿਰ 'ਚ ਹੋ ਚੱਲੀ ਸੀ, ਪਰ ਪੁਲਿਸ ਪ੍ਰਸ਼ਾਸਨ ਦੇ ਟਾਈਮਲੀ ਇੰਟਰਵੈਂਸ਼ਨ ਨਾਲ ਤੇ ਪ੍ਰੋਮਪਟ ਰਿਸਪੌਂਸ ਨਾਲ ਉਸ ਘਟਨਾ ਨੂੰ ਅੰਜਾਮ ਦੇਣ ਤੋਂ ਰੋਕਿਆ ਜਾ ਸਕਿਆ ਜੀ। ਮਨਦੀਪ ਨਾਮ ਦਾ ਇੱਕ ਵਿਅਕਤੀ ਜਿਹੜਾ ਕਿ ਮੈਡੀਕਲ ਕਾਲਜ ਪਟਿਆਲਾ ਦੇ ਬੈਕ ਸਾਈਡ ਦਾ ਰਹਿਣ ਵਾਲਾ ਹੈ, ਉਹ ਇੱਥੇ ਮੱਥਾ ਟੇਕਣ ਆਇਆ ਸੀ। ਮੱਥਾ ਟੇਕਣ ਤੋਂ ਬਾਅਦ ਉਹਨੇ ਮਾਤਾ ਦੀ ਮੂਰਤੀ ਦੇ ਕੋਲੇ ਜਾਣ ਦੀ ਕੋਸ਼ਿਸ਼ ਕੀਤੀ ਤੇ ਇਮੀਡੀਏਟਲੀ ਉਹਨੂੰ ਮੌਕੇ ਤੋਂ ਹੀ ਐਸਪੀ ਸਿਟੀ, ਡੀਐਸਪੀ ਸਿਟੀ 1, ਐਸਐਚਓ ਸਬਾਨ ਸਾਰੇ ਇੱਥੇ ਪਹੁੰਚੇ, ਮੈਂ ਆਪ ਇੱਥੇ ਪਹੁੰਚਿਆ ਤੇ ਉਸ ਇਨਸਾਨ ਨੂੰ ਮੌਕੇ ਤੋਂ ਹੀ ਅਸੀਂ ਰਾਉਂਡ ਅਪ ਕਰ ਲਿਆ ਹੈ। ਅਸੀਂ ਬਣਦੀ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰਕੇ ਤੇ ਬੜੀ ਡੂੰਘਾਈ ਨਾਲ ਤੇ ਬੜੀ ਸੰਜੀਦਗੀ ਨਾਲ, ਬੜੀ ਬਰੀਕੀ ਨਾਲ ਇਸ ਪੂਰੇ ਮਾਮਲੇ ਦੀ ਜਾਂਚ ਕਰਾਂਗੇ ਐਂਡ ਅਸੀਂ ਇਸ ਮਾਮਲੇ ਦੀ ਤਹਿ ਤੱਕ ਜਾਵਾਂਗੇ ਐਂਡ ਅਸੀਂ ਇਨਸ਼ੋਰ ਕਰਾਂਗੇ ਕਿ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਹੋਵੇ। ਸਰ ਪ੍ਰਾਇਮਰੀ ਇਨਵੈਸਟੀਗੇਸ਼ਨ ਕੁਝ ਪਤਾ ਲੱਗਿਆ ਜੀ ਕੌਣ ਸੀ? ਦੇਖੋ ਅਜੇ ਜਸਟ ਕੁਝ ਸਮੇਂ ਪਹਿਲਾਂ ਦੀ ਗੱਲ ਆ ਜੀ ਐਂਡ ਸਮੁੱਚੀ ਪਟਿਆਲਾ ਪੁਲਿਸ ਸਣੇ ਮੈਂ ਇੱਥੇ ਅਸੀਂ ਮੌਕੇ ਤੇ ਪਹੁੰਚੇ ਹਾਂ। ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ, ਬੜੀ ਬਰੀਕੀ ਨਾਲ, ਬੜੀ ਡੂੰਘਾਈ ਨਾਲ ਇਨਵੈਸਟੀਗੇਸ਼ਨ ਵੀ ਕਰਾਂਗੇ ਤੇ ਅਸੀਂ ਇਨਸ਼ੋਰ ਕਰਾਂਗੇ ਕਿ ਲਾਅ ਐਂਡ ਆਰਡਰ ਪੱਖੋਂ ਵੀ ਕੋਈ ਦਿੱਕਤ ਨਾ ਆਵੇ। ਕਿੰਨੇ ਵਜੇ ਦੀ ਬਸ ਕੁਝ ਸਮੇਂ ਪਹਿਲਾਂ ਦੇ ਵਿੱਚ ਬੈਠੇ ਸੀਗੇ ਜੀ, ਸਾਨੂੰ ਅਚਾਨਕ ਸੂਚਨਾ ਮਿਲਦੀ ਹੈ ਕਿ ਅੱਜ ਫੇਰ ਜਿਸ ਤਰ੍ਹਾਂ ਪਹਿਲਾਂ ਬੇਅਦਬੀ ਹੋਈ ਸੀ, ਇੱਕ ਬੰਦੇ ਨੇ ਸਿੰਘਾਸਨ ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਅਸੀਂ ਪਹੁੰਚੇ ਤਾਂ ਡੀਐਸਪੀ ਸਾਹਿਬ ਉਸ ਨੂੰ ਫੜ ਕੇ ਗ੍ਰਿਫਤਾਰ ਕਰਕੇ ਇੱਥੇ ਗੱਡੀ 'ਚ ਪਾ ਰਹੇ ਸੀਗੇ। ਅਸੀਂ ਉਹਨੂੰ ਫੜਿਆ ਵੀ ਹੈ ਕਿਉਂਕਿ ਸਾਡਾ ਮੰਤਵ ਹੈ ਕਿ ਜਦ ਤੱਕ ਅਸੀਂ ਐਸੀ ਬੇਅਦਬੀ ਕਰਨ ਵਾਲਿਆਂ ਨੂੰ ਮਾਰ ਕੇ ਇੱਥੇ ਖੰਭੇ ਨਾਲ ਨਹੀਂ ਟੰਗਾਂਗੇ, ਜਦ ਤੱਕ ਇਹ ਬੇਅਦਬੀਆਂ ਸਾਡੇ ਧਰਮ ਦੀਆਂ ਬੰਦ ਨਹੀਂ ਹੋ ਸਕਦੀਆਂ। ਅਸੀਂ ਉਹ ਬੰਦਾ ਡੀਐਸਪੀ ਸਾਹਿਬ ਤੋਂ ਖੋਹਣ ਦੀ ਕੋਸ਼ਿਸ਼ ਕਰੀ, ਲੇਕਿਨ ਡੀਐਸਪੀ ਸਾਹਿਬ ਉਹਨੂੰ ਬਚਾ ਕੇ ਲੈ ਗਏ ਨੇ, ਪੁਲਿਸ ਕਸਟਡੀ 'ਚ ਲੈ ਗਏ ਨੇ। ਨੀਲੇ ਰੰਗ ਦੀ ਉਸ ਬੰਦੇ ਨੇ ਜੀਨ ਪਾਈ ਵੀ ਹੈ ਔਰ ਨੀਲੇ ਰੰਗ ਦੀ ਜੈਕਟ ਪਾਈ ਵੀ ਹੈ। ਮਨਦੀਪ ਸਿੰਘ ਨਾਮ ਦਾ ਮੈਡੀਕਲ ਕਾਲਜ ਦੇ ਕੋਲ ਦਾ ਉਹ ਬੰਦਾ ਦੱਸਿਆ ਜਾਂਦਾ। ਕੰਮ ਕੀ ਕਰਦਾ ਜੀ, ਕੋਈ ਲੱਗਿਆ ਪਤਾ ਕੀ? ਨਹੀਂ, ਹਜੇ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ, ਹੁਣ ਪੁਲਿਸ ਲੈ ਕੇ ਗਈ ਹੈ। ਕੋਈ ਨਸ਼ਾ? ਬਿਲਕੁਲ ਐਸਾ ਕੁਝ ਨਹੀਂ ਲੱਗਦਾ ਸੀ, ਬਿਲਕੁਲ ਹੋਸ਼ਮਾ ਸੀ ਬੰਦਾ, ਕੋਈ ਪਾਗਲ ਨਹੀਂ ਸੀਗਾ। ਨਹੀਂ, ਬਿਲਕੁਲ ਸਹੀ ਲੱਗ ਰਿਹਾ ਸੀ ਬੰਦਾ। ਪਿਛਲੀ ਵਾਰ ਗੱਲ ਸਾਹਮਣੇ ਆਈ ਸੀਗੀ ਕਿ ਉਹ ਭਾਵਨਾ ਦੇ ਨਾਲ ਉੱਪਰ ਚੜ੍ਹ ਕੇ ਦੇਖੋ ਅੱਜ ਐਸਐਸਪੀ ਸਾਹਿਬ ਹੁਣ ਆ ਕੇ ਗਏ, ਮੇਰੀ ਉਹਨਾਂ ਨਾਲ ਗੱਲ ਹੋਈ ਹੈ। ਮੈਂ ਉਹਨਾਂ ਨੂੰ ਇਹੀ ਕਿਹਾ ਕਿ ਪਹਿਲਾਂ ਕੀ ਤਰ੍ਹਾਂ ਇਹਨੂੰ ਪਾਗਲ ਘੋਸ਼ਿਤ ਕਰਕੇ ਬਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਸਾਡਾ ਸਨਾਤਨ ਧਰਮ, ਤੁਸੀਂ ਚਾਹੇ ਇਹਨੂੰ ਮਾਫ ਕਰ ਦਿਓ ਲੇਕਿਨ ਸਾਡਾ ਸਨਾਤਨ ਧਰਮ ਇਹਨੂੰ ਕਦੀ ਮਾਫ ਨਹੀਂ ਕਰੇਗਾ, ਕਿਉਂਕਿ ਅੱਜ ਫੇਰ ਇਹਨਾਂ ਨੇ ਬੇਅਦਬੀ ਜਿਹੜੀ ਹੈ, ਇਸੇ ਤਰ੍ਹਾਂ ਪਿੱਛੇ ਜੀ ਨਾਭੇ ਦੇ ਅੰਦਰ ਵੀ ਇੱਕ ਕਾਂਡ ਹੋਇਆ ਹੈਗਾ, ਉਹਨਾਂ ਨੂੰ ਬੜੇ ਹਲਕੇ ਦੇ ਤਰੀਕੇ ਨਾਲ ਲਿਆ। ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਖਤ ਟਿੱਪਣੀ ਕੀਤੀ ਹੈ। ਕੋਰਟ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਇਸ ਸਕੀਮ ਦੇ ਵਿੱਚ ਸਰਕਾਰ ਕਿਵੇਂ ਲੋਕਾਂ ਦਾ ਪੈਸਾ ਲਗਾ ਰਹੀ ਹੈ ਤੇ ਇਹ ਪੈਸਾ ਸਰਕਾਰ ਹੋਰ ਕੰਮਾਂ ਲਈ ਕਿਉਂ ਨਹੀਂ ਵਰਤ ਰਹੀ। ਹਾਈ ਕੋਰਟ ਨੇ ਸਰਕਾਰ ਨੂੰ ਇਹ ਵੀ ਸਲਾਹ ਦਿੱਤੀ ਹੈ ਕਿ ਉਹ ਜੇਲ੍ਹਾਂ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਸੁਧਾਰ ਕਰੇ ਤੇ ਦੂਜੇ ਪਾਸੇ ਪੰਜਾਬ ਸਰਕਾਰ ਨੇ ਵੀ ਹਾਈ ਕੋਰਟ ਦੇ ਵਿੱਚ ਆਪਣਾ ਜਵਾਬ ਦਿੱਤਾ ਹੈ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਇਸ ਸਕੀਮ ਦੇ ਲਈ 40 ਕਰੋੜ ਰੁਪਏ ਦਾ ਫੰਡ ਰੱਖਿਆ ਹੈ। ਤੁਹਾਨੂੰ ਦੱਸ ਦਈਏ ਕਿ ਹੁਣ 2 ਹਫ਼ਤੇ ਬਾਅਦ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ। अरोड़ा साहब, आज इस केस में हेयरिंग हुई है, तीर्थ यात्रा स्कीम जो चैलेंज हुई थी, क्या कुछ ऑब्जर्वेशन रही कोर्ट की और अब क्या है? ਅਗਲੀ ਡੇਟ ਤਾਂ ਜਨਵਰੀ ਦੀ ਹੈ। ਕੋਰਟ ਨੇ ਉਹਨਾਂ ਨੂੰ ਕਿਹਾ ਸੀ ਕਿ ਹੋਰ ਬਹੁਤ ਕੰਮ ਕਰਨ ਵਾਲੇ ਨੇ, ਸਿਰਫ ਤੀਰਥ ਯਾਤਰਾਵਾਂ ਕਰਾਉਣੀਆਂ ਜਿਹੜੀਆਂ ਠੀਕ ਨਹੀਂ ਹੈਗੀਆਂ, ਇਹਦਾ ਕੋਈ ਰਿਜ਼ਲਟ ਨਹੀਂ ਹੈ, ਕੋਈ ਡਿਵੈਲਪਮੈਂਟ ਨਹੀਂ ਇਹਦੇ ਨਾਲ ਹੁੰਦੀ। ਸੋ ਕੋਰਟ ਨੇ ਜਿਸ ਤਰ੍ਹਾਂ ਪੁਆਇੰਟ ਆਊਟ ਕੀਤਾ ਕਿ ਜੇਲ੍ਹਾਂ ਦੇ ਵਿੱਚ ਬਹੁਤ ਬੁਰੀ ਹਾਲਤ ਹੈ, ਉੱਥੇ ਜੋ ਕੁਝ ਕਰਨਾ ਕਰੋ।
ਔਰ ਖਾਸ ਕਰਕੇ ਕੋਰਟ ਨੇ ਇਸ ਗੱਲ ਦੇ ਉੱਤੇ ਸਵਾਲ ਉਠਾਇਆ ਸੀ ਕਿ ਇਸ ਮੌਕੇ ਤੇ ਜਿਹੜੀ ਤੀਰਥ ਯਾਤਰਾ ਕਰਾਉਣ ਵਾਲਾ ਜਿਹੜਾ ਸਕੀਮ ਹੈਗੀ ਹੈ ਇਹ ਜੱਜਦੀ ਨਹੀਂ ਹੈਗੀ। ਅਗਲੇ ਫਾਈਨੈਂਸ਼ੀਅਲ ਈਅਰ 'ਚ ਕੁਝ ਕਰਨਾ ਹੋਏਗਾ ਤਾਂ ਉਹ ਵੱਖਰੀ ਚੀਜ਼ ਹੈ। ਸੋ ਮਤਲਬ ਬੜਾ ਸਪਸ਼ਟ ਸੀ ਕਿ ਪੋਲੀਟੀਕਲ ਮੋਟਿਵ ਤੋਂ ਇਹ ਸਕੀਮ ਚਲਾਈ ਗਈ। ਕੋਰਟ ਨੇ ਹਿੰਟ ਦੇ ਦਿੱਤਾ ਸੀ। ਸੋ ਹੁਣੇ ਪੰਜਾਬ ਸਰਕਾਰ ਨੇ ਜਵਾਬ ਦਿੱਤਾ ਹੈ ਜਾਂ ਟਾਈਮ ਲੈ ਲਿਆ ਜਵਾਬ ਦੇਣ ਪੰਜਾਬ ਦੇ ਲਈ? ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ। ਕਹਿੰਦੇ ਅਸੀਂ ਜਵਾਬ ਬਣਾ ਰਹੇ ਹਾਂ, ਅਸੀਂ ਦੱਸਾਂਗੇ ਕਿ ਅਸੀਂ ਕਿੰਨੇ ਵਧੀਆ ਕੰਮ ਕੀਤੇ ਨੇ ਔਰ ਜੇ ਕੋਰਟ ਕੋਈ ਦੱਸਦੀ ਹੈ ਸਰਕਾਰ ਹੋਰ ਕਰਨ ਵਾਲਾ ਉਹ ਵੀ ਕਰ ਲਵਾਂਗੇ। ਪਰ ਸਵਾਲ ਇਹ ਸੀ ਕੋਰਟ ਨੇ ਇਹ ਕਿਹਾ ਕਿ ਇਹ ਕਰਨ ਵਾਲਾ ਨਹੀਂ ਹੈਗਾ ਕੰਮ, ਇਹ ਜਿਹੜਾ ਤੁਸੀਂ ਕਰ ਰਹੇ ਹੋ ਇਹ ਪੈਸਾ ਫਜ਼ੂਲ ਵੇਸਟ ਹੋ ਰਿਹਾ। ਸਰਕਾਰ ਇਹ ਵੀ ਕਿਹਾ ਕਿ 38000 ਨੌਕਰੀਆਂ ਦਿੱਤੀਆਂ, ਬਹੁਤ ਸਾਰੀਆਂ ਲੋਕ ਮੱਧ ਪ੍ਰਦੇਸ਼ ਤੇ ਯੂਪੀ ਚ ਵੀ ਇਹ ਸਕੀਮ ਚਲਾਈ ਜਾ ਰਹੀ ਹੈ। 40 ਕਰੋੜ ਦਾ ਬਜਟ ਹੈ ਔਰ ਅਸੀਂ ਬੈਲੈਂਸ ਚੱਲ ਰਹੇ ਹਾਂ। ਉਹਨਾਂ ਨੇ ਕਹਿਣ ਦੀ ਕੋਸ਼ਿਸ਼ ਕੀਤੀ ਸੀ ਕਿ ਬਹੁਤ ਥੋੜਾ ਅਮਾਊਂਟ ਹੈ, ਸਾਡਾ ਬਜਟ ਬਹੁਤ ਵੱਡਾ ਹੈ। ਪਰ ਕੋਰਟ ਨੇ ਕਿਹਾ 40 ਕਰੋੜ ਰੁਪਏ ਜਿਹੜਾ ਥੋੜਾ ਨਹੀਂ ਹੁੰਦਾ। 40 ਕਰੋੜ ਰੁਪਏ ਆਪਣੇ ਆਪ 'ਚ ਬਹੁਤ ਵੱਡਾ ਵੇਸਟੇਜ ਹੈ ਆਪਣੇ ਆਪ ਦੇ ਵਿੱਚ ਜਿਹੜੀ ਤੁਸੀਂ ਕਰਨ ਜਾ ਰਹੇ ਹੋ। ਕੋਰਟ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਕਿ ਅਸੀਂ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਨੇ, ਨੌਕਰੀਆਂ ਦਿੱਤੀਆਂ, 38000 ਡੋਰ ਸਟੈਪ ਡਿਲੀਵਰੀ ਸ਼ੁਰੂ ਕੀਤੀ ਆ ਔਰ ਇਸ ਚੀਜ਼ ਦਾ ਐਫੀਡੈਵਿਟ ਵੀ ਬਕਾਇਦਾ ਤੌਰ ਤੇ ਦਿੱਤਾ ਜਾਏਗਾ। ਦੇਖਣ ਵਾਲਾ ਹੁੰਦਾ ਜਦੋਂ ਜਾਂਦੇ ਤਾਂ ਪਟੀਸ਼ਨ ਨੂੰ ਪਰਖਣਾ ਹੁੰਦਾ ਨਾ ਕਿ ਜੈਨੂਨ ਹੈ ਕਿ ਨਹੀਂ ਹੈ, ਜਾਂ ਜੋ ਮੰਗਿਆ ਗਿਆ ਉਹ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ, ਜਾਂ ਕਿਸੇ ਸਕੀਮ ਨੂੰ ਰੱਦ ਕਰਨਾ ਜਾਂ ਨਹੀਂ ਕਰਨਾ। ਇਹ ਦੇਖਿਆ ਜਾਂਦਾ ਹੈ ਕਿ ਕੀ ਤੁਸੀਂ ਜੋ ਕਰ ਰਹੇ ਹੋ ਗਲਤ ਕਰ ਰਹੇ ਹੋ, ਜਿਹੜਾ ਸਿਰਫ ਕੋਰਟ ਨੇ ਉਸ ਨੂੰ ਚੈੱਕ ਕਰਨਾ। ਤੁਸੀਂ 1000 ਕੰਮ ਚੰਗੇ ਕਰਦੇ ਹੋਗੇ ਪਰ ਜੇ ਇੱਕ ਕੰਮ ਗਲਤ ਕਰਦੇ ਹੋ, ਜੇ ਉਹਨੂੰ ਕੋਈ ਚੈਲੰਜ ਕਰਦਾ ਤਾਂ ਇਹ ਦੇਖਣਾ ਹੋਵੇਗਾ ਕਿ ਉਹ ਕੰਮ ਕਿਵੇਂ ਗਲਤ ਹੈ। ਐਫੀਡੈਵਿਟ ਕਦੋਂ ਤੱਕ ਦਿੱਤਾ ਜਾ ਸਕਦਾ ਜੀ? ਐਫੀਡੈਵਿਟ ਜਨਵਰੀ ਵਿੱਚ ਦੇਣਗੇ। ਠੀਕ ਹੈ, ਅਗਲੀ ਸੁਣਵਾਈ ਜਨਵਰੀ ਚ ਜਨਵਰੀ ਫਸਟ ਵੀਕ ਜਨਵਰੀ ਕੇ। ਥੈਂਕ ਯੂ ਸਰ। ਕਾਂਗਰਸੀ ਆਗੂ ਲੱਕੀ ਸੰਧੂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਦਰਅਸਲ ਕਾਂਗਰਸੀ ਆਗੂ ਲੱਕੀ ਸੰਧੂ ਵੀਡੀਓ ਦੇ ਵਿੱਚ ਕਿਸੇ ਦੇ ਵਿਆਹ ਦੇ ਵਿੱਚ ਨੱਚਦਾ ਹੋਇਆ ਨਜ਼ਰ ਆ ਰਿਹਾ ਹੈ। ਫਿਰੌਤੀ ਵਰਗੇ ਗੰਭੀਰ ਮਾਮਲਿਆਂ ਦਾ ਮੁਲਜ਼ਮ ਸਰਵੋਤਮ ਸਿੰਘ ਉਰਫ ਲੱਕੀ ਸੰਧੂ ਨੂੰ ਅਦਾਲਤ ਵੱਲੋਂ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਤੇ ਉਹ ਸਿਹਤ ਦਾ ਹਵਾਲਾ ਦੇ ਕੇ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਸੀ, ਜੋ ਕਿ ਹੁਣ ਲੁਧਿਆਣਾ ਦੇ ਇੱਕ ਪੈਲੇਸ ਵਿੱਚ ਨੱਚਦਾ ਨਜ਼ਰ ਆਇਆ, ਜਿਸ ਤੋਂ ਬਾਅਦ ਲੁਧਿਆਣਾ ਪੁਲਿਸ ਦੀ ਕਾਰਵਾਈ ਤੇ ਕਈ ਵੱਡੇ ਸਵਾਲ ਖੜੇ ਹੋ ਰਹੇ ਹਨ। ਸੂਤਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਲੱਕੀ ਨੂੰ ਬਾਹਰ ਵੇਖਿਆ ਗਿਆ ਹੋਵੇ। ਅਜਿਹਾ ਪਹਿਲਾਂ ਵੀ ਕਈ ਵਾਰ ਸੁਣਨ ਨੂੰ ਮਿਲਿਆ। ਆਪ ਨਾਲ ਗੱਠਜੋੜ ਨੂੰ ਲੈ ਕੇ ਕਾਂਗਰਸ ਪਾਰਟੀ ਦਾ ਬਿਆਨ ਸਾਹਮਣੇ ਆਇਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਹਾਈ ਕਮਾਂਡ ਨੇ ਸਿਰਫ ਚੋਣਾਂ ਦੀਆਂ ਤਿਆਰੀਆਂ ਕਰਨ ਲਈ ਕਿਹਾ ਹੈ, ਪਰ ਪੰਜਾਬ ਵਿੱਚ ਗੱਠਜੋੜ ਨੂੰ ਲੈ ਕੇ ਅਜਿਹਾ ਕੋਈ ਹੁਕਮ ਪ੍ਰਾਪਤ ਨਹੀਂ ਹੋਇਆ ਕਿ ਲੋਕ ਸਭਾ ਚੋਣ ਕਿਸੇ ਨਾਲ ਗੱਠਜੋੜ ਕਰਕੇ ਲੜਨੀਆਂ ਹਨ ਜਾਂ ਨਹੀਂ। ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਚੋਣਾਂ ਲੜਨ ਸੰਬੰਧੀ ਵੀ ਆਪਣਾ पक्ष रखे। इवन मैं ये भी आपसे क्लैरिटी कर दूं, बहुत से हमारे नेता सक्रिय रहते हैं बयान देने को। यही बात, कई कहते हैं कि अलायंस होना चाहिए, कोई कहता नहीं होना चाहिए, कोई कहता लड़ लो, कोई कहता ना लड़ लो। लेकिन मैं ये कहना चाहूंगा कि हाई कमांड यानी कि खरगे साहब, कोई ऐसा कोई संदेश आएगा तो मेरे पास आएगा, बीइंग ए पीसीसी प्रेसिडेंट। इस प्रकार का अभी कोई किसी प्रकार का संदेश नहीं दिया है कि आपको कहीं इकट्ठे लड़ना है, कोई तैयारी करो, अलायंस करो, आप इन चीजों को उन्होंने अभी तक टिल टुडे जो परसों मीटिंग हुई थी यही चर्चा रही कि किस प्रकार से हमने 13 की 13 सीटों पर चुनाव लड़ना है, क्या क्या मापदंड होने चाहिए, क्या क्या हमने चीजें चेक करनी है। तो अभी तक किसी प्रकार का कोई इशारा नहीं दिया है। हाईकमांड जब इशारा देगी तो मैं आपको बता दूंगा, उसको मैं अपने मन में कितनी देर छुपा के रखूंगा। कोई भी ऐसी बात है अगर हाईकमांड चाहेगी, अगर अलायंस की बात मान लो हो, तो मेरे को बताने से क्या गुरेज है, अभी तक क्योंकि अल्टीमेटली तो हाईकमांड ने जो कहना है वो होगा। पर हाईकमांड भी आज की डेट में यही चाहती है, और जो हमें डायरेक्शन दिया है हाईकमांड ने, मेरे को कल कहे कि नहीं 5 सीटों पे काम करो, तो मैं बोलूंगा हाँ भाई ठीक है 5 पे करता हूं। मेरे को अभी तक परसों की मीटिंग तक यही संदेश है कि आपने 13 की सीटें की तैयारी करो, कास्ट कॉम्बिनेशन, रिप्रेजेंटेशन टू द ऑल कास्ट आप बनाकर बताओ, और ऐसा बताओ कि कौन कौन से लोग आपके पास हैं जो चुनाव लड़। नहीं, बलकौर सिंह जी ने साडे कोले किसी प्रकार की इच्छा नहीं जताई। अगर बलकौर सिंह जी इच्छा जताउणगे ਜਾਂ ਉਹਨਾਂ ਦੀ ਇੱਛਾ ਹੋਏਗੀ, ਅਜੇ ਕਿਸੇ ਪ੍ਰਕਾਰ ਦੀ ਗੱਲ ਨਹੀਂ ਹੋਈ, ਤਾਂ ਬਲਕੌਰ ਸਿੰਘ ਜੀ ਮੋਸਟ ਵੈਲਕਮ। ਸਾਨੂੰ ਇਸ ਤੋਂ ਚੰਗਾ ਕੁਝ ਹੋਰ ਹੋਏਗਾ ਹੀ।
ਅਗਰ ਬਲਕੌਰ ਸਿੰਘ ਜੀ, ਅਸੀਂ ਪੁੱਛਾਂਗੇ ਬਲਕੌਰ ਸਿੰਘ ਜੀ ਨੂੰ, ਅਗਰ ਪਰਿਵਾਰ ਇਹ ਚਾਹੁੰਦਾ ਹੋਏਗਾ, ਇਹ ਪਰਿਵਾਰ ਦਾ ਡਿਸੀਜਨ ਹੈ। ਮੈਂ ਪਹਿਲੇ ਦਿਨ ਕੋ ਕਿਹਾ ਕਿ ਮੂਸੇ ਵਾਲੇ ਪਰਿਵਾਰ ਨਾਲ ਦਿਲੀ ਸੰਬੰਧ ਸੀਗਾ, ਦੋਸਤਾਨਾ ਸੰਬੰਧ ਸੀਗਾ, ਪਿਆਰ ਸੀਗਾ, ਉਹਨਾਂ ਨਾਲ ਕਦੇ ਰਾਜਨੀਤੀ ਦੀ ਗੱਲ ਇਸ ਪ੍ਰਕਾਰ ਨਹੀਂ ਕੀਤੀ। ਸ਼ੁਭਦੀਪ ਆਪ ਚਾਹੁੰਦੇ ਸਨ ਚੁਣਾਵ ਲੜਨਾ, ਇਸੇ ਕਰਕੇ ਉਹਨਾਂ ਨੂੰ ਪਾਰਟੀ ਨੇ ਲਿਆ ਕੇ ਰਾਹੁਲ ਗਾਂਧੀ ਜੀ ਨੇ ਸਪੈਸ਼ਲੀ ਉਹਨਾਂ ਨੂੰ ਲੜਾਇਆ ਗਿਆ। ਅੱਜ ਵੀ ਅਗਰ ਮਾਤਾ ਜੀ ਬਲਕੌਰ ਸਿੰਘ ਜੀ ਅਗਰ ਇੱਛਾ ਜ਼ਾਹਿਰ ਕਰਨਗੇ ਬਤੌਰ ਪ੍ਰਧਾਨ ਤੇ ਉਹਨਾਂ ਦੇ ਪਰਿਵਾਰਕ ਦੇ ਨੇੜਲੇ ਸੰਬੰਧਾਂ ਚੋਂ ਹੋਣ ਦੇ ਨਾਤੇ ਮੈਂ ਉਹਨਾਂ ਨੂੰ ਪੁੱਛਾਂਗਾ ਤਾਂ ਬਿਲਕੁਲ ਮੋਸਟ ਵੈਲਕਮ। ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਝੂਠੇ ਪਰਚਿਆਂ ਦੀ ਰਣਨੀਤੀ ਤੋਂ ਗੁਰੇਜ਼ ਕਰਨ, ਇਹ ਕਹਿਣਾ ਹੈ ਮਨਦੀਪ ਸਿੰਘ ਮੰਨਾ ਦਾ। ਦਰਅਸਲ ਬੀਤੇ ਦਿਨਾਂ ਦੌਰਾਨ ਵਿਰੋਧੀ ਪਾਰਟੀਆਂ ਸਮੇਤ ਕੇਬਲ ਆਪਰੇਟਰ ਯੂਨੀਅਨ ਦੇ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਜਾਣਬੁੱਝ ਕੇ ਸਾਡੇ ਉੱਤੇ ਝੂਠੇ ਪਰਚੇ ਦਰਜ ਕਰ ਰਹੀ ਹੈ, ਜਿਸ ਤੋਂ ਬਾਅਦ ਮਨਦੀਪ ਸਿੰਘ ਮੰਨਾ ਨੇ ਭਗਵੰਤ ਮਾਨ ਨੂੰ ਸਲਾਹ ਦਿੱਤੀ ਹੈ ਕਿ ਉਹ ਬਦਲੇ ਦੀ ਰਣਨੀਤੀ ਛੱਡ ਕੇ ਪੰਜਾਬ ਦੇ ਭਲੇ ਬਾਰੇ ਸੋਚਣ। ਜੇ ਤੁਹਾਡੇ ਕੋਲ ਤਾਕਤ ਹੈ ਤੇ ਤੁਹਾਨੂੰ ਨੇਕੀ ਕਰਨੀ ਚਾਹੀਦੀ ਹੈ, ਤੁਹਾਨੂੰ ਲੋਕਾਂ ਦੀ ਭਲਾਈ ਦੇ ਕੰਮ ਕਰਨੇ ਚਾਹੀਦੇ ਨੇ। ਤੁਸੀਂ ਹਮੇਸ਼ਾ ਹੀ ਇੱਕ ਚੀਜ਼ ਦੀ ਦੁਹਾਈ ਦਿੱਤੀ ਕਿ ਬਾਦਲ ਕੈਪਟਨ ਝੂਠੇ ਪਰਚੇ ਲੋਕਾਂ ਦੇ ਉੱਤੇ ਦਰਜ ਕਰਦੇ ਰਹੇ, ਲੋਕਾਂ ਦੇ ਨਾਲ ਇਹਨਾਂ ਬੜੀਆਂ ਧੱਕੇਸ਼ਾਹੀਆਂ ਕੀਤੀਆਂ। ਅੱਜ ਮੇਰੇ ਹੱਥਾਂ ਦੇ ਵਿੱਚ ਆ 10-15 ਪਰਚਿਆਂ ਦੀ ਲਿਸਟ ਹੈ ਜਿਹੜੇ ਪਿਛਲੇ 1 ਮਹੀਨੇ ਦੇ ਵਿੱਚ ਤੁਸੀਂ ਕੇਬਲ ਆਪਰੇਟਰਾਂ ਦੇ ਉੱਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕੇਬਲ ਆਪਰੇਟਰਾਂ ਤੇ ਮਾਲਕਾਂ ਦੇ ਉੱਤੇ ਦਿੱਤੇ। ਤੇ ਆਹ ਬਿਕਰਮ ਸਿੰਘ ਮਜੀਠੀਆ ਦੀ ਵਾਈਫ ਦੇ ਉਹ ਸੰਮਣ ਹੈ ਜਿਹੜੇ ਤੁਸੀਂ ਡਰੱਗ ਕੇਸ ਦੇ ਵਿੱਚ ਉਹਨੂੰ ਸੰਮਣ ਕਢਾਏ, ਉਹਨੂੰ ਇਨਵੋਲਵ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਸ ਤੇ ਮੇਰਾ ਖਿਆਲ ਅੱਜ ਬਿਕਰਮ ਦੇ ਦੱਸਣ ਮੁਤਾਬਕ ਹਾਈ ਕੋਰਟ ਨੇ ਉਹਨਾਂ ਸੰਮਣਸ ਦੇ ਉੱਤੇ ਸਟੇ ਵੀ ਕਰ ਦਿੱਤਾ, ਉਹਦੀ ਪ੍ਰੋਸੀਡਿੰਗ ਦੇ ਉੱਤੇ ਸਟੇ ਕਰ ਦਿੱਤਾ। ਮੈਂ ਇੱਕ ਗੱਲ ਸਪਸ਼ਟ ਕਰਨੀ ਚਾਹੁੰਦਾ ਕਿ ਮੈਂ ਇਸ ਕੇਸ ਦੇ ਵਿੱਚ, ਇਸ ਡਰੱਗ ਕੇਸ ਦੇ ਵਿੱਚ ਬਿਕਰਮ ਦੀ ਸ਼ਮੂਲੀਅਤ ਦੀ ਕੋਈ ਤਰਫਦਾਰੀ ਨਹੀਂ ਕਰਦਾ। ਮੈਂ ਇਹ ਨਹੀਂ ਕਹਿੰਦਾ ਕਿ ਉਹਦਾ ਕੋਈ ਕਸੂਰ ਨਹੀਂ ਹੋਊਗਾ, ਕਿਉਂਕਿ ਡਰੱਗ ਮਾਫੀਆ ਦੇ ਵੱਡੇ ਮਗਰਮੱਛਾਂ ਦੇ ਨਾਲ ਉਹਦੇ ਸੰਬੰਧ ਸੀਗੇ, ਉਹਦੇ ਕੋਲ ਰਹਿੰਦੇ ਰਹੇ, ਉਹਦੇ ਨਾਲ ਲੈਣ ਦੇਣ ਜ਼ਰੂਰ ਹੋਇਆ ਹੋਊਗਾ। ਪਰ ਇਸ ਕੇਸ ਦੇ ਵਿੱਚ ਉਹਦੀ ਘਰ ਵਾਲੀ, ਮੇਰੀ ਤੇ ਭੈਣ ਵਰਗੀ ਕਹਿ ਲਾ ਤੂੰ, ਮਤਲਬ ਵੀ ਸਾਡੀ ਭੈਣ ਹੀ ਲੱਗੀ ਕਿਉਂਕਿ ਪੰਜਾਬ ਦੀ ਸੱਭਿਅਤਾ ਹੀ ਇਹੋ ਜਿਹੀ ਹੈ, ਉਹਨੂੰ ਭੈਣ ਕਹਿ ਲਓ। ਸਿਆਸੀ ਵਖਰੇਵੇਂ ਮੇਰੇ ਜਿੰਨੇ ਮਰਜ਼ੀ ਉਹਦੇ ਨਾਲ ਹੋਣ, ਪਰ ਮੈਂ ਕਦੀ ਵੀ ਕਿਸੇ ਦੇ ਪਰਿਵਾਰਕ ਮੈਂਬਰ ਦੇ ਉੱਤੇ ਦੂਸ਼ਣਬਾਜ਼ੀ ਨਹੀਂ ਕੀਤੀ, ਖਾਸ ਕਰਕੇ ਕਿਸੇ ਮਾਂ ਧੀ ਭੈਣ ਦੇ ਉੱਤੇ ਕਦੀ ਵੀ ਇਹੋ ਜਿਹੀ ਸੋਚ ਜਾਂ ਨੀਤ ਨਹੀਂ ਰੱਖੀ ਵੀ ਉਹਨਾਂ ਦੀ ਕਿਤੇ ਇਨਵੋਲਵਮੈਂਟ ਹੋਣੀ ਚਾਹੀਦੀ, ਉਹਨਾਂ ਦੇ ਨਾਲ ਕਿਸੇ ਤਰੀਕੇ ਦੀ ਵਧੀਕੀ ਹੋਣੀ ਚਾਹੀਦੀ ਹੈ। ਉਹਨੂੰ ਇਸ ਕੇਸ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰਨੀ, ਇਸ ਤੋਂ ਘਟੀਆ ਦਰਜੇ ਦੀ ਰਾਜਨੀਤੀ ਨਹੀਂ ਹੋ ਸਕਦੀ, ਇਸ ਤੋਂ ਘਟੀਆ ਪੰਨ ਨਹੀਂ ਹੋ ਸਕਦਾ। ਮੁੱਖ ਮੰਤਰੀ ਸਾਹਿਬ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਤੁਸੀਂ ਮੇਰੇ ਨਾਲੋਂ ਜ਼ਿਆਦਾ ਸਿਆਣੇ ਹੋ, ਤੁਸੀਂ ਜ਼ਿਆਦਾ ਸਮਾਜ ਵੇਖਿਆ, ਤੁਸੀਂ ਮੇਰੇ ਨਾਲੋਂ ਜ਼ਿਆਦਾ ਦੁਨੀਆ ਫਿਰੀ ਹੈ ਕਿ ਸਾਡਾ ਜਿਹੜਾ ਦੇਸ਼ ਤੇ ਸਾਡਾ ਸੂਬਾ ਉਹ ਇੱਕ ਮਰਦ ਪ੍ਰਧਾਨ ਦੇਸ਼ ਹੈ। ਇੱਥੇ ਕਿੰਨੇ ਕੁ % ਔਰਤਾਂ ਨੂੰ ਆਪਣੀ ਸੋਚ ਦੇ ਮੁਤਾਬਕ, ਆਪਣੀ ਚਾਹ ਦੇ ਮੁਤਾਬਕ ਜ਼ਿੰਦਗੀ ਜੀਣ ਦਾ ਹੱਕ ਹੈਗਾ। ਆਪਣੇ ਘਰਾਂ ਦੇ ਆਲੇ ਦੁਆਲੇ ਝਾਤੀ ਮਾਰ ਲਓ, ਮੇਰਾ ਖਿਆਲ 100 ਦੇ ਵਿੱਚੋਂ ਮਹਿਜ਼ 2 ਜਾਂ 3 ਜਿਹੜੀਆਂ % ਔਰਤਾਂ ਵਾ ਉਹ ਆਪਣੀ ਮਰਜ਼ੀ ਦੇ ਨਾਲ ਆਪਣੀ ਜ਼ਿੰਦਗੀ ਜੀਂਦੀਆਂ ਹੋਣਗੀਆਂ। ਆ ਇੱਕ ਪਰਚਾ ਮੇਰੇ ਹੱਥ ਦੇ ਵਿੱਚ ਹੈ, ਇਹ ਫਾਸਟ ਕੇਬਲ ਦੇ ਮਾਲਕ ਹੈ ਉਹ ਸਰਬਜੀਤ ਸਿੰਘ ਰਾਜੂ, ਉਹਦੇ ਬੇਟੇ ਦੇ ਉੱਤੇ ਦਿੱਤਾ ਗਿਆ, ਸੁੱਖ ਅੰਮ੍ਰਿਤ ਦੇ ਉੱਤੇ। ਉਹਦੇ ਉੱਤੇ ਪਾਇਆ ਕਿ ਗਿਆ ਵੀ ਉਹ ਦਾਤਰ ਨਾਲ ਕਿਸੇ ਨੂੰ ਮਾਰ ਰਿਹਾ ਸੀਗਾ। ਪਰਚਾ ਦੇਣ ਤੋਂ ਪਹਿਲਾਂ ਉਹਦੀ ਲੋਕੇਸ਼ਨ ਕਢਾਈ, ਕੋਈ ਪੁੱਛਿਆ ਉਹਨੂੰ ਵੀ ਇਹ ਪਰਚਾ ਕਾਹਦਾ ਦਿੱਤਾ। ਮੇਰਾ ਖਿਆਲ ਆ ਵੀ ਉਹਨੂੰ ਸ਼ਾਇਦ ਪੰਜਾਬੀ ਟੋਟਲ ਪੜ੍ਹਨੀ ਵੀ ਨਹੀਂ ਆਉਂਦੀ ਜਿੰਨਾ ਕਿ ਮੈਂ ਉਹਨੂੰ ਜਾਣਦਾ, ਉਹਨੂੰ ਦਾਤਰ ਦਾ ਮਤਲਬ ਵੀ ਪਤਾ ਨਹੀਂ ਹੋਣਾ ਵੀ ਇਹ ਦਾਤਰ ਕੀ ਹੁੰਦਾ ਵਾ। ਮੈਂ ਤੁਹਾਨੂੰ ਗਰੰਟੀ ਨਾਲ ਕਹਿੰਦਾ ਜਾਲੀ ਪਰਚਾ ਦਿੱਤਾ ਗਿਆ, ਫੇਕ ਪਰਚਾ। ਜੇ ਪਰਚਾ ਸੱਚੀ ਹੋਵੇ, ਉਹਨੇ ਕਿਸੇ ਨੂੰ ਦਾਤਰ ਮਾਰਿਆ ਹੋਵੇ ਜਾਂ ਵਿਖਾਇਆ ਹੋਵੇ। ਕੇਂਦਰ ਸਰਕਾਰ ਵੱਲੋਂ ਪੰਜਾਬ ਲਈ ਰੋਕੇ ਗਏ ਫੰਡਾਂ ਨੂੰ ਲੈ ਕੇ ਅਰਸ਼ਦੀਪ ਸਿੰਘ ਕਲੇਰ ਨੇ ਪੰਜਾਬ ਸਰਕਾਰ ਤੇ ਵੱਡੇ ਦੋਸ਼ ਲਗਾਏ ਨੇ। ਉਹਨਾਂ ਕਿਹਾ ਕਿ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਫੰਡਾਂ ਦੀ ਦੁਰਵਰਤੋਂ ਕੀਤੀ ਹੈ, ਜਿਸ ਕਰਕੇ ਇਹਨਾਂ ਫੰਡਾਂ ਨੂੰ ਰੋਕਿਆ ਗਿਆ। ਅਰਸ਼ਦੀਪ ਕਲੇਰ ਦਾ ਕਹਿਣਾ ਹੈ ਕਿ ਭਗਵੰਤ ਮਾਨ ਦੀਆਂ ਮਾੜੀਆਂ ਨੀਤੀਆਂ ਕਰਕੇ ਲੋਕਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ, ਜੋ ਕਿ ਪੰਜਾਬ ਦੇ ਲਈ ਬਿਲਕੁਲ ਵੀ ਠੀਕ ਨਹੀਂ ਹੈ। That's a process is there, Mr. David. Please sit. There is a process for it. उसमें जो कॉन्ट्रैक्चुअल एम्प्लॉइज है उसकी सैलरी का 60% देने के लिए सम्मानीय सदन ने हमें अनुमति दी है। वहाँ पर जो मेडिसिन आती है, मुफ्त मेडिसिन, उसमें 60% पैसा देने के लिए सम्मानीय सदन ने हमें अनुमति दी है। जिस सरकार इस योजना का ये ही स्थिति में अमल करता है उसको हम भली भांति मदद करते हैं, लेकिन कोई सरकार ये योजना अपने नाम से करे और हमारी योजना ही ना रहे, जिसको पार्लियामेंट की अनुमति ना हो, जो रूल्स रेगुलेशन में आता न हो, जिसको कैबिनेट की अप्रूवल न हो, उसको तो हम कैसे पैसा दे सकते हैं।
इसलिए किसी को पैसा देने के लिए हमारी माननीय विवेक ठाकुर, माननीय विवेक ठाकुर, इट्स नॉट, देयर इज अ प्रोसेस फॉर इट। ਦੇਖੋ ਅੱਜ ਕੇਂਦਰ ਸਰਕਾਰ ਨੇ ਜਿਹੜੀਆਂ ਪੰਜਾਬ ਦੇ ਵਿੱਚ ਕੇਂਦਰ ਦੀਆਂ ਸਕੀਮਾਂ ਨੇ ਉਹਨਾਂ ਦੇ ਪੈਸੇ ਦੇ ਉੱਤੇ ਰੋਕ ਲਾਤੀ ਹੈ ਤੇ ਜਿਹਦਾ ਮੁੱਖ ਕਾਰਨ ਬਣਿਆ ਜਿਹੜਾ ਨੈਸ਼ਨਲ ਹੈਲਥ ਮਿਸ਼ਨ ਤਹਿਤ ਜਿਹੜੀ ਆਯੁਸ਼ਮਾਨ ਭਾਰਤ ਸਕੀਮ ਹੈ ਉਹਦਾ ਜਿਹੜਾ ਪੈਸਾ ਪੰਜਾਬ ਦੇ ਵਿੱਚ ਜਿਹੜਾ ਹੈਲਥ ਸੈਂਟਰਾਂ ਨੂੰ ਡਿਸਪੈਂਸਰੀਆਂ ਨੂੰ ਆਉਂਦਾ ਤੇ ਉਹਦਾ ਮਿਸਯੂਜ਼ ਸਾਡੀ ਭਗਵੰਤ ਮਾਨ ਸਰਕਾਰ ਨੇ ਕੀਤਾ। ਇਹ ਤਾਂ ਰੋਕ ਲੱਗੀ ਹੈ ਕਿਉਂਕਿ ਡਿਸਪੈਂਸਰੀਆਂ ਦਾ ਪੈਸਾ ਕਾਹਦੇ ਚ ਲਾਇਆ ਜਾ ਰਿਹਾ ਹੈ? ਅਰਵਿੰਦ ਕੇਜਰੀਵਾਲ ਦਾ ਮੁਹੱਲਾ ਕਲੀਨਿਕ ਦਾ ਫੇਲ ਮਾਡਲ ਪ੍ਰਚਾਰਨ ਦੇ ਲਈ ਉਹੀ 10x12 ਦੀ ਪੈਰਾਸੀਟਾਮੋਲ ਦੀ ਦੁਕਾਨ ਉਹਦੇ ਚ ਪੈਸਾ ਲਾ ਕੇ ਉੱਥੇ ਭਗਵੰਤ ਮਾਨ ਸਾਹਿਬ ਦੀਆਂ ਵੱਡੀਆਂ ਫੋਟੋਆਂ ਲਾ ਕੇ ਅੱਜ ਪੰਜਾਬ ਦਾ ਐਡਾ ਵੱਡਾ ਨੁਕਸਾਨ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਰਕੇ ਹੋਇਆ। ਹੁਣ ਕਿਹਦੀ ਜਵਾਬਦੇਹੀ ਹੈ? ਕੇਂਦਰ ਦੇ ਪੈਸੇ ਤੇ ਬੁੱਲੇ ਲੁੱਟ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ, ਪ੍ਰਚਾਰ ਕਿਹਨੂੰ ਰਹੇ ਨੇ? ਅਰਵਿੰਦ ਕੇਜਰੀਵਾਲ ਨੂੰ। ਜਿਸ ਤਰੀਕੇ ਪਹਿਲਾਂ ਵੀ ਪੰਜਾਬ ਦਾ ਪੈਸਾ ਬਾਹਰਲੇ ਸੂਬਿਆਂ ਦੇ ਵਿੱਚ ਫੂਕਿਆ ਗਿਆ ਸਿਰਫ ਅਰਵਿੰਦ ਕੇਜਰੀਵਾਲ ਨੂੰ ਲੀਡਰ ਬਣਾਉਣ ਦੇ ਲਈ, ਅੱਜ ਵੀ ਇਹ ਜਿਹੜੀ ਕਿਸ਼ਤ ਰੁਕੀ ਹੈ, ਜਿਹੜਾ ਕੇਂਦਰ ਦਾ ਪੈਸਾ ਰੁਕਿਆ ਹੈ, ਇਹਦੀਆਂ ਮਾੜੀਆਂ ਨੀਤੀਆਂ ਸਾਡੀ ਆਪਣੀ ਪੰਜਾਬ ਸਰਕਾਰ ਦੀਆਂ ਨੇ। ਸੋ ਜਵਾਬਦੇਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਹੈ। ਪਰ ਮੈਂ ਫਿਰ ਵੀ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਕਿ ਇਹਨਾਂ ਦੀਆਂ ਜਿਹੜੀਆਂ ਗਲਤੀਆਂ ਨੇ ਉਹਦਾ ਖਮਿਆਜ਼ਾ ਪੰਜਾਬ ਨਾ ਭੁਗਤੇ। ਇਹਨਾਂ ਨੂੰ ਜੋ ਤੁਸੀਂ ਸਜ਼ਾ ਲਾਉਣੀ ਹੈ ਉਹ ਲਾਓ, ਪਰ ਪੰਜਾਬ ਦੀ ਬਿਹਤਰੀ ਦੇ ਲਈ ਪੈਸਾ ਉਹ ਕਿਸੇ ਵੀ ਕੀਮਤ ਤੇ ਨਹੀਂ ਰੋਕਿਆ ਜਾਣਾ ਚਾਹੀਦਾ। ਰਾਜ ਸਭਾ ਦੇ ਵਿੱਚ ਵਿਰੋਧੀ ਦਲਾਂ ਨੇ ਮੁੱਖ ਚੋਣ ਕਮਿਸ਼ਨਰ ਅਤੇ ਹੋਰ ਕਮਿਸ਼ਨਰਾਂ ਦੀ ਨਿਯੁਕਤੀ ਲਈ ਲਿਆਂਦੇ ਗਏ ਬਿੱਲਾਂ ਦੇ ਕਈ ਪ੍ਰਬੰਧਾਂ ਦਾ ਤਿੱਖਾ ਵਿਰੋਧ ਕੀਤਾ ਹੈ ਅਤੇ ਉਹਨਾਂ ਸ਼ੱਕ ਜਤਾਇਆ ਕਿ ਇਸ ਨਾਲ ਚੋਣਾਂ ਦੀ ਨਿਰਪੱਖਤਾ ਪ੍ਰਭਾਵਿਤ ਹੋ ਸਕਦੀ ਹੈ। ਇਸ ਦਾ ਵਿਰੋਧ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਡਾ ਨੇ ਕਿਹਾ ਕਿ ਸਰਕਾਰ ਇਸ ਬਿੱਲ ਰਾਹੀਂ ਚੋਣ ਪ੍ਰਕਿਰਿਆ ਤੇ ਕੰਟਰੋਲ ਕਰਨਾ ਚਾਹੁੰਦੀ ਹੈ ਤੇ ਉਹਨਾਂ ਇਸ ਬਿੱਲ ਨੂੰ ਜਲਦ ਤੋਂ ਜਲਦ ਵਾਪਸ ਲੈਣ ਦੀ ਮੰਗ ਵੀ ਕੀਤੀ ਹੈ। क्या भाजपा की सरकार लोकतंत्र की कोई अहमियत नहीं समझती? क्या भाजपा की सरकार के लिए संवैधानिक संस्थाओं की कोई अहमियत नहीं है? क्या भाजपा सरकार हर संवैधानिक संस्था को अपनी कठपुतली बनाना चाहती है? क्या भाजपा सरकार सुप्रीम कोर्ट के फैसले की कोई सम्मान नहीं करती, उसकी कोई अहमियत नहीं समझती? ये कुछ सवाल हैं जो बिल पढ़ने के बाद मेरे जहन में आए, और वो इसलिए आए क्योंकि इस बिल के माध्यम से ये सरकार चुनाव आयोग को पूरी तरीके से अपने नियंत्रण में लेना चाहती है, यानी कि चुनाव आयोग पे पूर्ण कब्जा चाहती है। मैम, चुनाव आयोग के 3 सदस्य होते हैं, एक मुख्य चुनाव आयुक्त यानी कि चीफ इलेक्शन कमिश्नर और 2 अतिरिक्त इलेक्शन कमिश्नर्स। इनकी चयन और नियुक्ति इस बिल के माध्यम से पूरी तरीके से सरकार के हाथों में आ जाएगी और वे जिसको चाहें, चाहे वो पार्टी का शख्स हो, यस मैन हो, पार्टी मैन हो, जिस मर्जी को चाहें वे चुनाव आयुक्त बना सकते हैं। चुनाव आयोग की हमारे देश के चुनावों में बड़ी महत्वपूर्ण भूमिका है। किसका वोट बनेगा, किसका वोट कटेगा, ये चुनाव आयोग तय करता है। किस तारीख पे चुनाव होगा, कितने चरण में चुनाव होगा, ये चुनाव आयोग तय करता है। ईवीएम मशीन कहां कहां भेजी जाएंगी, उसका नियंत्रण, उसका मैनेजमेंट, उसका योग, उसका प्रयोग, सारी चीजें चुनाव आयोग तय करता है। तो इसीलिए चुनाव आयोग एक बड़ी महत्वपूर्ण संस्था है इस देश के फ्री एंड फेयर इलेक्शंस के लिए। Ma'am, I will mince no words. This bill is going to destroy one of the few remaining independent institutions in India, that is the Election Commission, and thereby dislodge free and fair elections from India. ये बिल 3 व्यक्ति या संस्था का अपमान है। पहला अपमान है सुप्रीम कोर्ट का। क्यों? क्योंकि सुप्रीम कोर्ट ने इसी साल मार्च 2 को 2 मार्च 2023 को 5 जजों की संवैधानिक पीठ ने सर्वसम्मति से एक फैसला दिया, और वो फैसला ये था कि सरकारी हस्तक्षेप, सरकार का कोई भी दखल चुनाव आयोग की नियुक्ति में नहीं होना चाहिए। ये खत्म करने के लिए हम एक समिति का गठन करते हैं। उस समिति के गठन से मुख्य न्यायाधीश को हटाकर एक कैबिनेट मंत्री को डालकर उसका संतुलन बिगाड़ने का काम और सुप्रीम कोर्ट के फैसले को पलटने का काम इस सरकार ने किया, ताकि एक ऐसी व्यवस्था बन जाए जिसमें जो शख्स ये चाहे वही चीफ इलेक्शन कमिश्नर बनेगा। ये इंसल्ट सुप्रीम कोर्ट की इसलिए है क्योंकि इसी साल के दिए गए संवैधानिक पीठ के सर्वसम्मति के 2 फैसलों को इस सरकार ने सदन के भीतर बिल लाकर बदल दिया। पहला था दिल्ली सेवा बिल। ਰਾਜਸਥਾਨ ਦੇ ਵਿੱਚ ਨਵੇਂ ਮੁੱਖ ਮੰਤਰੀ ਨੂੰ ਲੈ ਕੇ ਸਸਪੈਂਸ ਖਤਮ ਹੋ ਗਿਆ। ਵਿਧਾਇਕ ਦਲ ਦੀ ਬੈਠਕ ਮਗਰੋਂ ਨਾਮ ਤੈਅ ਕਰ ਲਿਆ ਗਿਆ। ਤੁਹਾਨੂੰ ਦੱਸ ਦੇ ਕਿ ਭਜਨ ਲਾਲ ਸ਼ਰਮਾ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ ਹੋਣਗੇ। ਭਾਜਪਾ ਵਿਧਾਇਕ ਦਲ ਦੀ ਬੈਠਕ ਦੇ ਵਿੱਚ ਉਹਨਾਂ ਦੇ ਨਾਮ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਇਹ ਵੀ ਦੱਸ ਦਈਏ ਕਿ 200 ਵਿਧਾਨ ਸਭਾ ਸੀਟਾਂ 'ਚੋਂ ਭਾਜਪਾ ਨੇ 115 ਸੀਟਾਂ ਜਿੱਤੀਆਂ ਹਨ, ਜਦਕਿ ਕਾਂਗਰਸ ਨੇ 69 ਸੀਟਾਂ ਤੇ ਜਿੱਤ ਹਾਸਲ ਕੀਤੀ ਸੀ। आज राजस्थान भारतीय जनता पार्टी विधायक दल की बैठक हुई। विधायक दल की बैठक इसलिए आमंत्रित की गई थी ताकि विधायक दल के नेता का निर्वाचन हो सके। बैठक में एक प्रस्ताव राजस्थान प्रदेश की पूर्व मुख्यमंत्री भारतीय जनता पार्टी के राष्ट्रीय उपाध्यक्ष श्रीमती वसुंधरा राजे के द्वारा श्री भजन लाल शर्मा का नाम प्रस्तावित किया गया और सर्वसम्मत से सभी ने इनका समर्थन किया है। और विशेष रूप से इनके नाम का समर्थन प्रारंभ में जिन लोगों ने किया, श्री किलोई लाल जी मीणा, श्री वासुदेव जी देवनानी, श्री मदन दिलावर, श्री जवाहर वेडम जी और श्री जाबर सिंह जी, इन सब सारे लोगों ने और इसके अतिरिक्त पूरे सदन ने श्री भजन लाल जी शर्मा के नाम का समर्थन हुआ। इसलिए मैंने घोषणा की कि श्री भजन लाल जी शर्मा राजस्थान भारतीय जनता पार्टी विधायक दल के सर्वसम्मत नेता निर्वाचित हुए। और मैं आश्वस्त हूं कि श्री भजन लाल जी शर्मा के नेतृत्व में यह राजस्थान तेजी के साथ प्रगति के पथ पर आगे बढ़ेगा। सभी कार्यकर्ताओं ने श्री भजन लाल जी शर्मा को अपनी हार्दिक बधाई दी है। और इसके अतिरिक्त मैं आपको जानकारी देना चाहता हूं, भजन लाल जी शर्मा जी से भी बातचीत हुई है। 2 उप मुख्यमंत्री होंगे, श्रीमती दिया सिंह और दूसरे श्री प्रेमचंद बैरवा। और यह भी भारतीय जनता पार्टी की तरफ से प्रस्तावित है कि वासुदेव जी देवनानी यह स्पीकर होंगे। बस मैं पुनः एक बार भजन लाल जी शर्मा को हार्दिक बधाई देता हूं और यहीं पर प्रेस वार्ता को समाप्त करता हूं। आइए भजन लाल जी। सो फिलहाल ਦੇ ਲਈ पंजाब न्यूज़ ਵਿੱਚ ਇੰਨਾ ਹੀ। ਮੈਨੂੰ ਦੁਆ ਗਿਆ। ਧੰਨਵਾਦ।